ਸੋ ਅੱਜ ਅਸੀਂ ਸਾਰਿਆਂ ਵਿਸ਼ਿਆਂ ਤੇ ਗੱਲਬਾਤ ਕਰ ਰਹੇ ਹਾਂ। ਸਾਡੇ ਨਾਲ ਹੁਣ ਗੁਰਜੀਤ ਸਿੰਘ ਨੇ, ਜਿਨ੍ਹਾਂ ਦੀ ਇਸ ਵਕਤ ਅਸੀਂ ਇੱਥੇ ਯਾਰਡ ਦੇ ਵਿੱਚ ਖੜੇ, ਉਹਨਾਂ ਦੀ ਕੰਪਨੀ ਰਾਈਟ ਕਲਿੱਕ ਤੁਸੀਂ ਪਿੱਛੇ ਦੇਖ ਸਕਦੇ ਹੋ। ਸੋ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਜਿਹੜਾ ਸਮਾਂ ਆ ਉਹ ਕਿਸ ਤਰੀਕੇ ਨਾਲ ਗੁਜ਼ਰ ਰਿਹਾ ਤੇ ਸਮੱਸਿਆਵਾਂ ਕਿਹੜੀਆਂ ਸਾਹਮਣੇ ਆ ਰਹੀਆਂ ਨੇ। ਸੋ ਸਭ ਤੋਂ ਤਾਂ ਵੱਡੀ ਗੱਲ ਤਾਂ ਅਸੀਂ ਅਕਸਰ ਸੁਣਦੇ ਹਾਂ ਕਿ ਕੈਨੇਡਾ ਦੀ ਜਿਹੜੀ ਟਰੱਕਿੰਗ ਇੰਡਸਟਰੀ ਉਹ 'ਚ ਡਰਾਈਵਰਾਂ ਦੀ ਬਹੁਤ ਘਾਟ ਆ। ਸੋ ਇਹ ਮੈਂ ਕਹਿੰਦਾ ਗੱਲ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਸਫ਼ਰ ਕਰ ਰਹੇ ਹੋ ਇਸ ਟਾਈਮ ਦੇ ਵਿੱਚ। ਇਹ ਤਾਂ ਘਾਟ ਕਾਫੀ ਚਿਰ ਤੋਂ ਚੱਲ ਰਹੀ ਜੀ, ਤੇ ਥੋੜਾ ਮੇਰੇ ਖਿਆਲ ਆ ਜਦੋਂ ਕਿਤੇ ਕਰੋਨੇ ਤੋਂ ਬਾਅਦ ਵਿੱਚ ਜ਼ਿਆਦਾ ਕੰਮ ਟਾਈਟ ਹੋ ਗਿਆ ਜੀ, ਤੇ ਪ੍ਰੋਸੈਸ ਜਿਹੜਾ ਆ ਉਹ ਬਹੁਤ ਸਲੋ ਆ ਹੁਣ। ਕਾਫੀ ਟਾਈਮ ਲੱਗ ਜਾਂਦਾ ਸਾਰੇ ਪ੍ਰੋਸੈਸ ਨੂੰ LMIM ਮਿਲਣ ਨੂੰ। ਉਹ ਤੋਂ ਬਾਅਦ 'ਚ ਡਰਾਈਵਰਸ ਆਉਂਦੇ ਆ ਬਾਹਰੋਂ, ਉਹਨੂੰ ਕਾਫੀ ਟਾਈਮ ਲੱਗ ਜਾਂਦਾ, ਤੇ ਉਹਨੂੰ ਜੇ ਕਿਸੇ ਤਰੀਕੇ ਨਾਲ ਥੋੜਾ ਫਾਸਟ ਕੀਤਾ ਜਾਵੇ ਉਹ ਮੇਰੇ ਖਿਆਲ ਥੋੜਾ ਹੈਲਪਫੁਲ ਰਹੇਗਾ ਇੰਡਸਟਰੀ ਵਾਸਤੇ, ਸਾਰੀ ਵਾਸਤੇ। ਮੇਰੇ ਖਿਆਲ ਨਾਲ LMI ਤੇ ਪਹਿਲਾਂ LMI ਅਪਰੂਵ ਹੋਣ ਨੂੰ ਤੇ ਬਾਅਦ 'ਚ ਇਮੀਗ੍ਰੇਸ਼ਨ ਵਰਕ ਪਰਮਿਟ ਲਈ ਤਕਰੀਬਨ ਸਾਲ ਤੋਂ ਉੱਪਰ ਟਾਈਮ ਲੱਗ ਜਾਂਦਾ ਜੀ ਸਾਰੇ ਪ੍ਰੋਸੈਸ ਨੂੰ। ਤੁਸੀਂ ਪਹਿਲਾਂ ਐਡਵਰਟਾਈਜ਼ ਕਰਦੇ ਹੋ 2 ਮਹੀਨੇ, ਉਸ ਤੋਂ ਬਾਅਦ ਵਿੱਚ ਤੁਸੀਂ ਐਪਲੀਕੇਸ਼ਨ ਪਾਉਂਦੇ ਹੋ। ਸੋ ਉਹਨਾਂ ਦਾ ਕੋਈ ਟਾਈਮ ਫਰੇਮ ਹੀ ਹੈ ਨਹੀਂ, ਉਹ 3 ਮਹੀਨੇ 'ਚ ਵੀ ਆ ਸਕਦੀਆਂ, 6 ਮਹੀਨੇ 'ਚ ਵੀ ਆ ਸਕਦੀਆਂ। ਤੇ ਉਸ ਤੋਂ ਬਾਅਦ ਫਿਰ ਤੁਸੀਂ ਡਰਾਈਵਰ ਪਾਉਂਦੇ ਹੋ, ਨਾਮ ਸਬਮਿਟ ਕਰਦੇ ਹੋ। ਉਸ ਤੋਂ ਬਾਅਦ ਫਿਰ ਜਿੱਥੇ ਵੀ ਹੋਣਗੇ, ਕੋਈ ਦੁਬਈ ਤੋਂ ਆ ਰਿਹਾ, ਕੋਈ ਸਰਬੀਆ ਤੋਂ ਆ ਰਿਹਾ, ਕੋਈ ਆਸਟ੍ਰੇਲੀਆ ਤੋਂ, ਨਿਊਜ਼ੀਲੈਂਡ ਤੋਂ, ਕਿਤੇ ਵੀ ਆ ਰਹੇ ਨੇ, ਤੇ ਉਹਨਾਂ ਨੂੰ ਆਉਣ ਨੂੰ ਤਕਰੀਬਨ 3 ਤੋਂ 6 ਮਹੀਨੇ ਉਹਨਾਂ ਨੂੰ ਲੱਗ ਜਾਂਦੇ ਆ। ਫਿਰ ਉਸ ਤੋਂ ਬਾਅਦ 'ਚ ਹੁਣ ਮੈਲਟ ਪ੍ਰੋਗਰਾਮ ਸ਼ੁਰੂ ਹੋ ਗਿਆ, ਉਹਦੇ ਵਾਸਤੇ ਲਾਇਸੈਂਸ ਲੈਣ ਨੂੰ ਤਕਰੀਬਨ 2 ਮਹੀਨੇ ਲੱਗ ਜਾਂਦੇ ਆ। ਸੋ ਓਵਰਆਲ ਮੇਰੇ ਖਿਆਲ ਸਾਲ ਤੋਂ ਉੱਪਰ ਟਾਈਮ ਲੱਗ ਜਾਂਦਾ। ਤੇ ਉਹ ਜਿਹੜਾ ਆ ਉਹ ਕਿਸੇ ਤਰੀਕੇ ਨਾਲ ਮੇਰੇ ਖਿਆਲ ਫਾਸਟ ਪੇਸ ਕੀਤਾ ਜਾਵੇ ਤਾਂ ਵਧੀਆ ਹੋਊਗਾ, ਹੈਲਪਫੁਲ ਹੋਊਗਾ ਮਾਰਕੀਟ ਵਾਸਤੇ ਜੀ। ਮੌਜੂਦਾ ਸਮੇਂ ਇਹ ਵੀ ਜਿਵੇਂ ਪਹਿਲਾਂ ਵੀ ਗੱਲ ਕਰਦੇ ਸੀ ਕਿ ਇੱਕ ਤਾਂ ਪਿੱਛੇ ਜੇ ਡੀਜ਼ਲ ਦੀਆਂ ਕੀਮਤਾਂ ਬਹੁਤ ਵਧ ਗਈਆਂ ਓਵਰਆਲ ਹੀ, ਚਲੋ ਅਮਰੀਕਾ ਇੱਥੇ ਵਧੀਆਂ, ਉਹਦੇ ਨਾਲ ਇਹ ਵੀ ਸੀ ਕਿ ਉਸੇ ਸਮੇਂ ਹੀ ਜਿਹੜਾ ਵਾ ਇੱਕ ਆਫਟਰ ਕੋਵਿਡ ਇਫੈਕਟ ਇਹ ਦੇਖਣ ਨੂੰ ਮਿਲਿਆ ਕਿ ਕਹਿੰਦੇ ਕੰਮ ਵੀ ਸਲੋ ਹੋਇਆ। ਵੈਸੇ ਹਰ ਸਾਲ ਕਹਿੰਦੇ ਸਲੋ ਹੁੰਦਾ ਇਸ ਟਾਈਮ 'ਚ, ਪਰ ਐਤਕੀ ਕੁਛ ਜ਼ਿਆਦਾ ਹੋਇਆ। ਸੋ ਦੱਸੋ ਕਿ ਇੰਡਸਟਰੀ 'ਚ ਇਸ ਵਕਤ ਕੀ ਚੱਲ ਰਿਹਾ? ਹਾਂਜੀ, ਫਿਊਲ ਤਾਂ ਮੇਰੇ ਖਿਆਲ ਆਲ ਓਵਰ ਵਰਲਡ ਹੀ ਵਧਿਆ। ਹੁਣ ਜੇ ਆਪਾਂ ਇੱਕ ਸਰਕਾਰ ਨੂੰ ਤਾਂ ਕਹਿ ਨਹੀਂ ਸਕਦੇ ਵੀ ਇਹਨਾਂ ਨੇ ਵਧਾਤਾ, ਉਹ ਤਾਂ ਸਾਰੇ ਪਾਸੇ ਵਧਿਆ, ਤੇ ਉਹਦੇ ਨਾਲ ਰੇਟਾਂ ਨੂੰ ਬਹੁਤ ਫਰਕ ਪਿਆ। ਕਿਉਂਕਿ ਜੇ ਹੁਣ ਫਰਜ਼ ਕਰੋ ਇੱਥੋਂ ਟੋਰਾਂਟੋ ਨੂੰ ਤੁਸੀਂ ਜਾਣਾ, ਤੇ ਔਨ ਐਵਰੇਜ ਮੇਰੇ ਖਿਆਲ ਤਕਰੀਬਨ $2000 ਦਾ ਵੱਧ ਤੇਲ ਲੱਗਣ ਲੱਗ ਪਿਆ ਟੋਰਾਂਟੋ ਤੱਕ ਜਾਣ ਨੂੰ। ਸੋ ਜਦੋਂ ਕਸਟਮਰ ਨੂੰ ਤੁਸੀਂ ਕਹਿੰਦੇ ਕਿ $2000 ਰੇਟ ਵਧਾ ਦਿਓ, ਤੇ ਉਹਨਾਂ ਨੂੰ ਲੱਗਦਾ ਕਿ ਹਾਂ ਬਈ ਵੀ ਆਰ ਬੀਇੰਗ ਰਿਪਡ ਆਫ। ਬਟ ਬਹੁਤ ਕਸਟਮਰਾਂ ਨੇ ਹੈਲਪ ਵੀ ਕੀਤੀ ਹੈ, ਅਤੇ ਬਹੁਤ ਸਾਰੇ ਜਿਹੜੇ ਕਹਿੰਦੇ ਕਿ ਨਹੀਂ ਅਸੀਂ ਨਹੀਂ ਵਧਾਉਣੇ। ਸੋ ਉਹਦੇ ਵਿੱਚ ਵੀ ਤੁਹਾਨੂੰ ਲੋਸ ਹੁੰਦਾ। ਉਸ ਤੋਂ ਬਾਅਦ ਵਿੱਚ ਹੁਣ ਥੋੜ੍ਹਾ ਕੰਮ ਵੀ ਘਟਿਆ। ਮੇਰਾ ਖਿਆਲ ਹੈ ਕਿ ਆਲ ਓਵਰ ਵਰਲਡ ਵਿੱਚ ਇਨਫਲੇਸ਼ਨ ਦੇ ਕਾਰਨ ਜ਼ਿਆਦਾ ਹੋਇਆ। ਉਹ ਹੁਣ ਜਦੋਂ ਆਮ ਤੌਰ 'ਤੇ ਮਾਰਕੀਟ ਵਿੱਚ ਗੱਲ ਚੱਲਦੀ ਉਹ ਅਤੇ ਜਾਂ ਨਿਊਜ਼ ਮੀਡੀਆ 'ਚ ਚੱਲਦਾ, ਉਹ ਚੱਲਦਾ ਸਪਲਾਈ ਚੇਨ, ਵੀ ਉਸ ਕਰਕੇ ਜੀ ਇਨਫਲੇਸ਼ਨ ਵਧੀ ਹੈ। ਸਪਲਾਈ ਚੇਨ ਨਾਲ ਮੇਰਾ ਖਿਆਲ ਇੰਨਾ ਇਫੈਕਟ ਨਹੀਂ ਪਿਆ ਜਿੰਨਾ ਕਿ ਫਿਊਲ ਦੇ ਨਾਲ ਪਿਆ। ਹੁਣ ਜੇ ਫਿਊਲ ਦਾ ਤੁਸੀਂ ਇੱਥੋਂ ਟੋਰਾਂਟੋ ਨੂੰ $2000 ਦਾ ਫਰਕ ਪੈ ਗਿਆ ਫਿਊਲ ਦੇ ਵਿੱਚ, ਅਤੇ ਉਹ ਟਰੱਕ ਵਾਲੇ ਦਾ ਤਾਂ ਕਿਸੇ ਦਾ ਦੋਸ਼ ਨਹੀਂ, ਅਤੇ ਉਹ ਤਾਂ ਉਹ ਐਟ ਦੀ ਐਂਡ ਕੰਜ਼ਿਊਮਰ ਨੂੰ ਪੇ ਕਰਨਾ ਪੈਣਾ। ਅਤੇ ਉਹਦੇ ਨਾਲ ਕੀ ਹੋਇਆ ਕਿ ਇਨਫਲੇਸ਼ਨ ਵਧੀ ਆ, ਅਤੇ ਲੋਕਾਂ ਕੋਲ ਜਿਹੜੀ ਆ ਬਾਇੰਗ ਪਾਵਰ ਆ ਉਹ ਘਟ ਜਾਂਦੀ ਆ ਆਲਵੇਜ਼, ਅਤੇ ਉਹਦੇ ਨਾਲ ਜਿਹੜੀ ਮਾਰਕੀਟ ਆ ਹੁਣ ਉਹ ਸਲੋ ਚੱਲ ਰਹੀ ਹੈ US ਵਿੱਚ ਵੀ ਅਤੇ ਕੈਨੇਡਾ ਵਿੱਚ ਵੀ, ਅਤੇ ਉਹਦੇ ਨਾਲ ਕਾਫੀ ਫਰਕ ਪਿਆ ਜੀ। ਹੋਪਫੁਲੀ ਉਹ ਚੇਂਜ ਹੋ ਜਾਏਗਾ। ਦੇਖੋ ਫਿਊਲ ਪ੍ਰਾਈਸਾਂ ਥੋੜ੍ਹੀਆਂ ਹੁਣ ਥੱਲੇ ਆਉਣ ਲੱਗੀਆਂ, ਸ਼ਾਇਦ ਉਹ ਹੈਲਪਫੁਲ ਰਹੇਗਾ ਜੀ। ਬਿਲਕੁਲ, ਫਿਊਲ ਪ੍ਰਾਈਸਾਂ ਥੋੜ੍ਹੀਆਂ ਘਟ ਰਹੀਆਂ ਨੇ। ਇਹ ਤੋਂ ਇਲਾਵਾ ਹੋਰ ਇਹ ਤਾਂ 2 ਮੇਨ ਜਿਹੜੀ ਚਰਚਾ ਚੱਲਦੀ ਰਹਿੰਦੀ ਹੈ, ਪਰ ਤੁਸੀਂ ਇੰਡਸਟਰੀ 'ਚੋਂ ਤੁਹਾਡਾ ਤਜਰਬਾ ਆ, ਇਹ ਤੋਂ ਇਲਾਵਾ ਹੋਰ ਕਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ ਇਸ ਇੰਡਸਟਰੀ 'ਚ ਇਸ ਵੇਲੇ ਜਿਹੜੀਆਂ ਸਾਨੂੰ ਨਹੀਂ ਪਤਾ, ਤੁਸੀਂ ਦੱਸਣਾ ਚਾਹੁੰਦੇ ਹੋਵੇ ਸਾਡੇ ਦਰਸ਼ਕਾਂ ਨੂੰ ਜਾਂ ਹੋਰਾਂ ਲੋਕਾਂ ਨੂੰ? ਬਿਗੇਸਟ ਪ੍ਰੋਬਲਮ ਤਾਂ ਮੇਰੇ ਖਿਆਲ ਮਾਰਕੀਟ ਵਿੱਚ ਡਰਾਈਵਰਸ ਦੀ ਹੈ ਜੀ, ਕਿਉਂ ਜੇ ਡਰਾਈਵਰ ਹੋਣਗੇ ਤਾਂ ਟਰੱਕ ਚੱਲਣਗੇ, ਜੇ ਡਰਾਈਵਰ ਨਾ ਹੋਣਗੇ ਟਰੱਕ ਨਹੀਂ ਚੱਲਣਗੇ। ਤਾਂ ਡਰਾਈਵਰ ਨੂੰ ਰੱਖਣ ਵਾਸਤੇ ਇੰਨੀ ਜਦੋਜਹਿਦ ਕਰਨ ਦੇ ਬਾਵਜੂਦ ਤੁਸੀਂ ਸਾਲ 1.5 ਸਾਲ ਤੁਹਾਨੂੰ LMI ਪ੍ਰੋਸੈਸ ਵਿੱਚ ਲੱਗ ਜਾਂਦਾ। ਡਰਾਈਵਰ ਇੱਥੇ ਆ ਗਏ, ਤੁਸੀਂ ਉਹਨਾਂ ਨੂੰ ਬੈਲਟ ਪ੍ਰੋਗਰਾਮ ਵਿੱਚ ਕਰ ਰਹੇ ਹੋ, ਉਹਨਾਂ ਨੂੰ ਤੁਸੀਂ ਹੁਣ ਡਰਾਈਵਰ ਨੂੰ ਟ੍ਰੇਨਿੰਗ ਦੇ ਰਹੇ ਹੋ, ਮਹੀਨਾ 2 ਮਹੀਨੇ ਟ੍ਰੇਨਿੰਗ ਤੁਸੀਂ ਦਿੰਦੇ ਆ, ਉਹ ਤੋਂ ਬਾਅਦ ਡਰਾਈਵਰ ਲੈ ਕੇ ਭੇਜ ਦਿੰਦੇ ਸੌਰੀ ਵੀ ਫਾਈਂਡ ਬੈਟਰ ਓਪਰਚੁਨਿਟੀ। ਹੁਣ ਉਹ ਬੈਟਰ ਓਪਰਚੁਨਿਟੀ ਕਿੱਥੇ ਫਾਈਂਡ ਕਰਦੇ ਸਾਨੂੰ ਨਹੀਂ ਪਤਾ, ਕਿਉਂ ਅਸੀਂ ਤਾਂ ਜੋ ਮਾਰਕੀਟ ਵਿੱਚ ਰੇਟ ਆ ਉਹ ਦੇ ਰਹੇ ਹਾਂ। ਸੋ ਉਹ ਮੱਚ ਬੈਟਰ ਆ ਜਿਹੜਾ ਆਪਾਂ ਈਵਨ ਕਿ ਕੋਂਟਰੈਕਟ ਦੇ ਥਰੂ ਜਿਹੜੇ ਆਉਂਦਾ ਆ ਉਹ ਤੋਂ ਵੀ ਜ਼ਿਆਦਾ ਹੁੰਦਾ, ਪਰ ਫਿਰ ਵੀ ਉਹਨਾਂ ਨੂੰ ਲੱਗਦਾ ਵੀ ਕਿਤੇ ਵੱਧ ਰੇਟ ਆ। ਸੋ ਤੁਹਾਨੂੰ ਇੱਦਾਂ ਲੱਗਦਾ ਕਿ ਤੁਸੀਂ ਤਾਂ ਸਿਰਫ ਮਿਹਨਤ ਕਰ ਰਹੇ, ਉਹਦਾ ਜਿਹੜਾ ਫਲ ਆ ਉਹ ਤਾਂ ਕੋਈ ਹੋਰ ਹੀ ਲੈ ਜਾਂਦਾ। ਕਿ ਤੁਸੀਂ ਡਰਾਈਵਰ ਸਰ ਤੁਸੀਂ ਸਾਰਾ ਪ੍ਰੋਸੈਸ ਕਰਕੇ ਡਰਾਈਵਰ ਤੁਹਾਡੇ ਕੋਲ ਆਉਂਦਾ, ਤੁਸੀਂ ਉਹਨੂੰ ਲਾਇਸੈਂਸ ਦਿਵਾਉਂਦੇ ਆ, ਹੈਲਪ ਕਰਦੇ ਆ, ਉਹ ਤੋਂ ਬਾਅਦ ਤੁਸੀਂ ਉਹਨੂੰ ਟ੍ਰੇਨਿੰਗ 'ਤੇ ਭੇਜਦੇ ਆ, ਅਤੇ ਉਹ ਸਾਰਾ ਤੁਹਾਡਾ ਐਕਸਪੈਂਸ ਹੁੰਦਾ। ਅਤੇ ਉਸ ਤੋਂ ਬਾਅਦ 'ਚ ਮਹੀਨੇ 2 ਮਹੀਨੇ ਬਾਅਦ ਡਰਾਈਵਰ ਕਹਿੰਦਾ ਜੀ ਹਾਂ ਵੀ ਮੈਂ ਤਾਂ ਕਿਤੇ ਹੋਰ ਜਾ ਕੰਮ ਕਰ ਲੈਣਾ। ਸੋ ਉਹ 'ਤੇ ਸਾਡਾ ਕੋਈ ਕੰਟਰੋਲ ਨਹੀਂ।
ਆਪਾਂ ਇਹ ਨਹੀਂ ਚਾਹੁੰਦੇ, ਕਿਉਂਕਿ ਡੈਮੋਕ੍ਰੈਟਿਕ ਕੰਟਰੀ ਆ, ਫ੍ਰੀ ਵਰਲਡ ਆ, ਹਰ ਇੱਕ ਨੂੰ ਓਪਰਚੁਨਿਟੀ ਹੋਣੀ ਚਾਹੀਦੀ ਆ। ਬਟ ਜਿਹੜੇ ਬੰਦੇ ਨੂੰ ਅਸੀਂ ਸੱਦਿਆ, ਕਿਤੋਂ ਵੀ ਸੱਦਿਆ, ਚਾਹੇ ਇੰਡੀਆ ਤੋਂ, ਦੁਬਈ ਤੋਂ, ਸਰਬੀਆ ਤੋਂ, ਇੰਗਲੈਂਡ ਤੋਂ, ਆਸਟ੍ਰੇਲੀਆ ਤੋਂ, ਨਿਊਜ਼ੀਲੈਂਡ ਤੋਂ, ਕਿਤੋਂ ਬੰਦਾ ਵੀ ਆਇਆ, ਉਹ ਕਮ ਸੇ ਕਮ 2 ਸਾਲ ਜਿਹੜਾ ਕੌਂਟਰੈਕਟ ਆ ਉਹ ਤਾਂ ਸਾਡੇ ਨਾਲ ਕੰਮ ਕਰੇ ਨਾ। ਹਾਂ, ਜੇ ਅਸੀਂ ਨਹੀਂ ਪੈਸੇ ਦਿੰਦੇ, ਹੋ ਸਕਦਾ ਮਾਰਕੀਟ ਵਿੱਚ ਕੋਈ ਬੈਡ ਬਿਹੇਵੀਅਰ ਵੀ ਹੋਵੇ ਕਿ ਉਹ ਡਰਾਈਵਰਸ ਨੂੰ ਨਹੀਂ ਪੈਸੇ ਮਿਲਦੇ ਜਾਂ ਕੁਛ ਇੱਦਾਂ ਦਾ ਵੀ ਹੋ ਸਕਦਾ। ਸੋ ਉਹ ਸਾਰੇ ਤਾਂ ਮੈਂ ਕਹਿੰਦਾ ਵੀ ਬਰਾਬਰ ਨਹੀਂ ਹੁੰਦੇ, ਕੋਈ ਚੰਗੇ ਵੀ ਹੋਣਗੇ, ਕੋਈ ਮਾੜੇ ਵੀ ਹੋਣਗੇ। ਬਟ ਐਟ ਦੀ ਐਂਡ ਜੇ ਕੌਂਟਰੈਕਟ ਆ ਤੇ ਕੌਂਟਰੈਕਟ ਦੇ ਅਕੋਰਡਿੰਗਲੀ ਚੱਲੋ, ਤੇ ਤੁਸੀਂ ਕਮ ਸੇ ਕਮ ਸਾਡੇ ਨਾਲ 2 ਸਾਲ ਕੰਮ ਤਾਂ ਕਰੋ ਨਾ। ਤੇ ਉਹ ਕਿਸੇ ਵੀ ਕੰਪਨੀ ਨਾਲ ਆ, ਬਹੁਤ ਕੰਪਨੀਆਂ ਨੇ ਕੁਛ ਹੁੰਦਾ ਕਿ ਡਰਾਈਵਰ ਆਏ ਆ, ਮਹੀਨਾ 2 ਮਹੀਨੇ ਕੰਮ ਕਰਕੇ ਅਗਲੇ ਕਹਿੰਦੀ ਜੀ ਚੱਲੇ। ਸੋ ਉਹ ਕਿਸੇ ਤਰ੍ਹਾਂ ਜੇ ਥੋੜ੍ਹਾ ਬਹੁਤਾ ਕੰਟਰੋਲ ਹੁੰਦਾ ਹੋਵੇ ਉਹ ਜ਼ਿਆਦਾ ਵਧੀਆ, ਕਿਉਂਕਿ ਉਹ ਵੀ ਅਸੀਂ ਬਾਇੰਡ 'ਚ ਹੈਗੇ ਆ। ਜੇ ਫਰਜ਼ ਕਰੋ ਅਸੀਂ ਉਹਨਾਂ ਨੂੰ ਕੰਮ ਨਹੀਂ ਦਿੰਦੇ, ਕਿ ਸਾਡੇ ਕੋਲ 2 ਸਾਲ ਦਾ ਕੰਟਰੈਕਟ ਆ, ਅਸੀਂ ਉਹਨਾਂ ਨੂੰ ਕੰਮ ਨਹੀਂ ਦਿੰਦੇ, ਤੇ ਉਹ ਸਾਨੂੰ ਲੇਬਰ ਕੋਰਟ 'ਚ ਲਿਜਾ ਸਕਦੇ ਨੇ, ਠੀਕ ਹੈ ਜੀ। ਪਰ ਜੇ ਉਹ ਕੰਮ ਛੱਡ ਕੇ ਚੱਲ ਜਾਂਦੇ, ਅਸੀਂ ਕੁਝ ਨਹੀਂ ਕਰ ਸਕਦੇ। ਅਸੀਂ ਉਹ 'ਤੇ ਇਨਵੈਸਟਮੈਂਟ ਕਰਦੇ ਹਾਂ, ਅਸੀਂ ਐਡਵਰਟਾਈਜ਼ ਕਰਦੇ ਹਾਂ, ਅਸੀਂ ਫੀਸ ਪੇ ਕਰਦੇ ਹਾਂ, ਫਿਰ ਇੱਥੇ ਆਉਂਦੇ ਆ, ਫਿਰ ਅਸੀਂ ਟ੍ਰੇਨਿੰਗ ਦਿੰਦੇ ਹਾਂ। ਉਹ ਸਾਰਾ ਕੁਝ ਕਰਨ ਦੇ ਬਾਵਜੂਦ ਮੁੜ ਕੇ ਡਰਾਈਵਰ ਇੱਕ ਦਿਨ 'ਚ ਕੰਮ ਛੱਡ ਕੇ ਚੱਲ ਜਾਂਦਾ। ਸੋ ਉਹਦਾ ਤੁਸੀਂ ਕੀ ਕਰੋਗੇ? ਉਹ ਬੜਾ ਹਰਟ ਹੁੰਦਾ ਵੀ ਤੁਸੀਂ ਇੰਨਾ ਕੁਝ ਕਰਨ ਦੇ ਬਾਵਜੂਦ ਤੁਹਾਡੇ ਕੋਲ ਫਿਰ ਡਰਾਈਵਰ ਨਹੀਂ ਤੁਹਾਡੇ ਕੋਲ ਰਹਿੰਦੇ। ਤੇ ਪਰ ਮੇਰਾ ਖਿਆਲ ਉਹਦਾ ਇਹ ਬਿਗੇਸਟ ਕਾਰਨ ਇਹੋ ਹੀ ਆ ਕਿ ਸ਼ਾਰਟੇਜ ਆ ਮਾਰਕੀਟ। ਜੇ ਇਨਫ ਡਰਾਈਵਰ ਹੋਣ ਤੇ ਹਰੇਕ ਬੰਦੇ ਨੂੰ ਪਤਾ ਕਿ ਮੈਂ ਕੰਮ ਕਰਨਾ, ਤੇ ਫਿਰ ਮੈਂ ਕਿਹਾ ਠੀਕ ਹੋਊਗਾ। ਕਿ ਸ਼ਾਰਟੇਜ ਕਰਕੇ ਹੀ ਡਰਾਈਵਰ ਨੂੰ ਹੁੰਦਾ ਕਿ ਹਾਂ ਜਿੱਥੋਂ ਮੈਨੂੰ 1 ਸੈਂਟ ਵੀ ਵੱਧ ਮਿਲਦਾ ਮੈਂ ਉੱਥੇ ਚੱਲ ਜਾਣਾ। ਸੋ ਸਾਰੀ ਹੀ ਮਾਰਕੀਟ ਵਿੱਚ ਜਿਹੜੇ ਮਰਜ਼ੀ ਕਿਤੇ ਚੱਲ ਜਾਈਏ, ਹਰ ਥਾਂ ਇਸ ਵਕਤ ਚੱਲ ਰਿਹਾ ਕਿ ਕਾਮਿਆਂ ਦੀ ਬੜੀ ਘਾਟ ਆ। ਸੋ ਪਰ ਦੂਜੇ ਪਾਸੇ ਇਮੀਗ੍ਰੇਸ਼ਨ ਦਾ ਕੰਮ ਬਹੁਤ ਸਲੋ ਚੱਲ ਰਿਹਾ। ਸੋ ਸਰਕਾਰ ਤੋਂ ਮੰਗ ਕਰਦੇ ਹੋ ਕਿ ਇਹ ਥੋੜਾ ਸੁਧਾਰਿਆ ਜਾਵੇ। ਸਰਕਾਰ ਤੋਂ ਇਹੋ ਮੰਗ ਹੈ ਜੀ, ਜਿਹੜਾ ਆਪਣਾ ਪ੍ਰੋਗਰਾਮ ਆ ਡਰਾਈਵਰਸ ਦਾ, ਇਹਨੂੰ ਕਿਸੇ ਹੱਦ ਤੱਕ ਥੋੜਾ ਬਹੁਤਾ ਮਾਈਂਡ ਜ਼ਰੂਰ ਕੀਤਾ ਜਾਵੇ ਕਿ ਜੇ 2 ਸਾਲ ਦਾ ਪਰਮਿਟ ਹੈਗਾ, ਤੁਸੀਂ ਕਮ ਸੇ ਕਮ 2 ਸਾਲ ਤਾਂ ਲਾ ਕੇ ਜਾਓ। ਹੁਣ ਸਾਡੇ ਕੋਲ ਇੱਦਾਂ ਨਹੀਂ ਹੈਗਾ ਵੀ ਸਾਰੇ ਹੀ ਦੌੜ ਗਏ। ਮੇਰਾ ਖਿਆਲ ਆ ਕਿ ਜੇ 20 ਬੰਦੇ ਆਏ ਆ, 20 'ਚ ਹੋ ਸਕਦਾ 5 ਇੱਦਾਂ ਦੇ ਹੋਣ ਜਿਹੜੇ ਹਟ ਜਾਂਦੇ ਆ, ਤੇ 15 ਬੰਦੇ ਇੱਦਾਂ ਦੇ ਵੀ ਆ ਜਿਹੜੇ ਸਾਡੇ ਨਾਲ 4-4 5-5 ਸਾਲ ਤੋਂ ਲੱਗੇ ਆ। ਉਹ ਈਵਨ 2 ਸਾਲ ਦਾ ਕੰਟਰੈਕਟ ਤਾਂ ਕੀ, ਉਹ PR ਹੋ ਕੇ ਵੀ ਸਾਡੇ ਨਾਲ ਕੰਮ ਕਰੀ ਜਾਂਦੇ ਆ। ਸੋ ਉਹ ਕੁਛ ਨਾ ਕੁਛ ਤਾਂ ਅਸੀਂ ਵੀ ਸਹੀ ਕਰਦੇ ਹੋਵਾਂਗੇ ਕਿ ਉਹ ਸਾਡੇ ਨਾਲ ਲੱਗੇ ਆ। ਤੇ ਜਿਹੜੇ ਸਾਨੂੰ ਛੱਡ ਕੇ ਚਲ ਜਾਂਦੇ ਆ, ਕੰਪਨੀਆਂ ਨੂੰ ਹੋਰਨਾਂ ਵੀ ਛੱਡ ਕੇ ਜਾਂਦੇ ਆ, ਉਹਦੇ ਬਾਰੇ ਹੁਣ ਕਹਿਣਾ ਮੁਸ਼ਕਿਲ ਆ ਵੀ ਕੀ ਕਰਨਾ। ਪਰ ਜੇ ਕਿਸੇ ਨਾ ਕਿਸੇ ਤਰ੍ਹਾਂ ਕੋਈ ਨਾ ਕੋਈ ਕੰਟਰੈਕਟ ਹੋਵੇ, ਮੇਰਾ ਖਿਆਲ ਕਿ ਕੰਟਰੈਕਟ ਤਾਂ ਹੈਗਾ ਹੀ ਆ, ਪਰ ਉਹਨੂੰ ਇਨਫੋਰਸ ਕਿੱਦਾਂ ਕਰਨਾ ਕਿ ਅਸੀਂ ਤਾਂ ਬਾਇੰਡ ਹੈਗੇ ਆ, ਠੀਕ ਆ, ਪਰ ਉਹਨਾਂ ਨੂੰ ਕਿੱਦਾਂ ਕੀਤਾ ਜਾਵੇ ਉਹਦੇ ਬਾਰੇ ਕੁਝ ਜੇ ਕੋਈ ਹੱਲ ਹੋ ਜਾਵੇ ਤਾਂ ਜ਼ਿਆਦਾ ਵਧੀਆ ਜੀ। ਸੋ ਇਹਦੇ ਨਾਲ ਥੋੜੀ ਤੁਹਾਡੇ ਸਫ਼ਰ ਬਾਰੇ ਗੱਲ ਕਰਦੇ ਹਾਂ। ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਇੰਡਸਟਰੀ ਨਾਲ ਜੁੜਿਆ ਹੋਇਆ ਨੂੰ, ਤੇ ਤੁਸੀਂ ਇਹ 'ਚ ਸ਼ੁਰੂਆਤ ਕਿੱਥੋਂ ਕੀਤੀ ਸੀਗੀ? ਸਾਨੂੰ 10 ਸਾਲ ਹੋ ਗਏ ਜੀ। 2012 ਦੇ ਵਿੱਚ ਸ਼ੁਰੂ ਕੀਤਾ ਸੀ ਤੇ ਹੁਣ 2022, ਹਾਂਜੀ 10 ਸਾਲ ਹੋ ਚੱਲੇ ਜੀ। ਕੰਮ ਤਾਂ ਇੱਦਾਂ ਹੀ ਇੱਕ ਟਰੱਕ ਤੋਂ ਸ਼ੁਰੂ ਕੀਤਾ ਸੀ, ਹੌਲੀ ਹੌਲੀ ਚੱਲਦੇ ਪਰਮਾਤਮਾ ਦੀ ਮਿਹਰ ਨਾਲ ਇੱਥੇ ਤੱਕ ਪਹੁੰਚ ਗਏ। ਸੋ ਵਧੀਆ ਜੀ। ਹੁਣ ਅਸੀਂ ਕਾਫੀ ਟਰੱਕ ਇੱਥੇ ਦੇਖ ਰਹੇ ਹਾਂ। ਕਿੰਨਾ ਤੁਸੀਂ ਕਿੱਥੋਂ ਕਿੱਧਰ ਨੂੰ ਤੁਹਾਡੇ ਚੱਲਦੇ ਆ, ਤੇ ਕੁੱਲ ਕਿੰਨੇ ਟਰੱਕ ਹੈਗੇ ਇਸ ਵਕਤ? ਸਾਡੇ ਕੋਲ ਮੇਰੇ ਖਿਆਲ 102 ਜਾਂ 105 ਦੇ ਵਿਚਕਾਰ ਨੰਬਰਸ ਆ। 105 ਜਾਂ 102 ਦੇ ਐਵਰੀ ਡੇ ਤਾਂ ਨਹੀਂ ਕਾਊਂਟ ਹੁੰਦੇ। ਸੋ ਇੰਨੇ ਕੁ ਟਰੱਕ ਹੋਣਗੇ। ਤੇ ਸਾਡੇ ਕੋਲ ਮੇਰਾ ਖਿਆਲ ਆ ਕਿ ਤਕਰੀਬਨ 170-75 ਟ੍ਰੇਲਰ ਨੇ, ਰੀਫਰਸ ਨੇ, ਡਰਾਈਵ ਵੈਨ ਨੇ। ਤੇ ਅਸੀਂ ਚੱਲਦੇ ਹਾਂ ਇੱਥੋਂ ਆਲ ਓਵਰ ਕੈਨੇਡਾ ਜਾਂਦੇ ਹਾਂ, ਤੇ ਮੋਸਟਲੀ ਆਲ ਓਵਰ US ਚੱਲਦੇ ਹਾਂ। ਸੋ ਅਬਾਊਟ 50% ਚੱਲਦਾ। 50% ਟਰੱਕਸ ਜਿਹੜੇ ਆ ਉਹ ਕੈਨੇਡਾ ਵਾਈਡ ਚੱਲਦੇ ਆ, ਤੇ 50% ਟਰੱਕ ਜਿਹੜੇ ਅਮਰੀਕਾ ਨੂੰ ਚੱਲਦੇ। ਇਹਦੇ 'ਚ ਓਨਰ ਆਪਰੇਟਰ ਵੀ ਕਾਫੀ ਹੋਣੇ ਆ? ਹਾਂਜੀ, ਮੇਰੇ ਖਿਆਲ ਸਾਡੇ ਕੋਲ ਹੋਣਗੇ ਜੀ 30 ਤੋਂ 35 ਮੇਰੇ ਖਿਆਲ ਸ਼ਾਇਦ ਓਨਰ ਆਪਰੇਟਰ ਹੋਣਗੇ, ਬਾਕੀ ਸਾਰੇ ਕੰਪਨੀ ਟਰੱਕਸ ਨੇ। ਹਾਂਜੀ। ਸੋ ਹੁਣ ਥੋੜ੍ਹੀ ਜਿਹੀ, ਕਿਉਂਕਿ ਅਸੀਂ ਇਸ ਲਈ ਇਹ ਗੱਲ ਕਰ ਰਹੇ ਹਾਂ ਕਿਉਂਕਿ ਬਹੁਤ ਸਾਰੇ ਨਵੇਂ ਲੋਕ ਵੀ ਆਉਂਦੇ ਇੱਥੇ ਆ ਕੇ, ਉਹਨਾਂ ਨੂੰ ਪ੍ਰੇਰਨਾ ਚਾਹੀਦੀ ਹੁੰਦੀ ਆ ਵੀ ਅਸੀਂ ਕਿਹਦੇ ਵੱਲ ਦੇਖ ਕੇ ਮਿਹਨਤ ਕਰੀਏ। ਤੁਹਾਨੂੰ ਕਿੰਨੇ ਕੁ ਸਾਲ ਹੋ ਗਏ ਇੰਡੀਆ ਤੋਂ ਆਇਆ ਨੂੰ? ਸੋ ਤੇ ਕਦੋਂ ਕੋਈ ਕੰਮ ਉਹੀ ਖੜੀ? ਮੈਨੂੰ ਜੀ 1997 15 ਸਤੰਬਰ 1997 'ਚ ਮੈਂ ਇੱਥੇ ਆਇਆ ਸੀ। ਤੇ ਇਸ ਸਾਲ 25 ਸਾਲ ਹੋ ਜਾਣੇ ਜੀ ਸਤੰਬਰ ਦੇ ਵਿੱਚ। ਮੇਰੇ ਖਿਆਲ ਬਹੁਤ ਵਧੀਆ ਦੇਸ਼ ਹੈ ਜੀ। ਨਾਰਥ ਅਮਰੀਕਾ ਨੋਨ ਐਜ਼ ਲੈਂਡ ਆਫ ਓਪਰਚੁਨਿਟੀ। ਜੇ ਤੁਸੀਂ ਮਿਹਨਤ ਕਰਦੇ ਆ ਤੁਸੀਂ ਕਾਮਯਾਬ ਹੁੰਦੇ ਆ। ਟਾਈਮ ਲੱਗਦਾ ਕਈ ਵਾਰੀ, ਪਰ ਜੇ ਮਿਹਨਤ ਕਰੋ ਤਾਂ ਤੁਸੀਂ ਮਿਹਨਤ ਦੇ ਨਾਲ ਕਾਮਯਾਬੀ ਤਾਂ ਮਿਲਦੀ ਆ। ਹਾਂ, ਰਾਤੋਂ ਰਾਤ ਕਾਮਯਾਬ ਹੋਣ ਦੇ ਹੋਰ ਤਰੀਕੇ ਹੋਣਗੇ, ਪਰ ਮੇਰੇ ਖਿਆਲ ਜੇ ਮਿਹਨਤ ਕਰੀ ਚਲੋ ਤੇ ਕਾਮਯਾਬੀ ਜ਼ਰੂਰ ਮਿਲਦੀ ਆ। ਬਾਕੀ ਪਰਮਾਤਮਾ ਦਾ ਹੱਥ ਹੋਣਾ ਚਾਹੀਦਾ। ਹਾਂਜੀ ਜੀ। ਸੋ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਲਈ। ਠੀਕ ਹੈ ਜੀ।
ਸੋ ਹੁਣ ਅਸੀਂ ਗੱਲਬਾਤ ਕਰਾਂਗੇ ਹਰਬਖਸ਼ ਸਿੰਘ ਹੋਰਾਂ ਨਾਲ ਕਿਉਂਕਿ ਟਰੱਕਿੰਗ ਦੇ ਵਿੱਚ ਬਹੁਤ ਤਰੀਕੇ ਦੀਆਂ ਸਮੱਸਿਆਵਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਸੋ ਇਹਨਾਂ ਨਾਲ ਵੀ ਉਸੇ ਸੰਬੰਧੀ ਅਸੀਂ ਗੱਲਬਾਤ ਕਰਾਂਗੇ। ਇਸ ਦੌਰਾਨ ਸਭ ਤੋਂ ਪਹਿਲਾਂ ਤਾਂ ਸ਼ੇਰੇ ਪੰਜਾਬ ਤੇ ਹਰਬਖਸ਼ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਤੁਹਾਡਾ, ਤੇ ਤੁਸੀਂ ਸਾਨੂੰ ਸਮਾਂ ਕੱਢ ਕੇ ਦੇ ਰਹੇ ਹੋ, ਤੇ ਤੁਹਾਡੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਥੈਂਕ ਯੂ। ਪਿਛਲੇ ਸਮੇਂ 'ਚ ਟਰੱਕਿੰਗ ਬਾਰੇ ਬੜੀ ਚਰਚਾ ਹੋਈ ਆ ਕਿਉਂਕਿ ਬਹੁਤ ਸਾਰੇ ਸਮੱਸਿਆਵਾਂ ਆਈਆਂ ਨੇ। ਗੈਸ ਤੇ ਡੀਜ਼ਲ ਦੇ ਪ੍ਰਾਈਸ ਬਹੁਤ ਵਧੇ ਨੇ ਔਰ ਇਹ ਵੀ ਕਿਹਾ ਜਾ ਰਿਹਾ ਕਿ ਕੰਮ ਸਲੋ ਹੋ ਗਿਆ। ਸੋ ਪਹਿਲਾਂ ਜੇ ਮੈਂ ਪੁੱਛਾਂ ਕਿ ਕਿਹੜੀਆਂ ਮੁੱਖ ਸਮੱਸਿਆਵਾਂ, ਪਹਿਲੀ ਵੱਡੀ ਸਮੱਸਿਆ ਕਿਹੜੀ ਇਸ ਇੰਡਸਟਰੀ 'ਚ ਤੁਹਾਨੂੰ ਫੇਸ ਕਰਨੀ ਪੈ ਰਹੀ ਹੈ? ਪਹਿਲੇ ਨੰਬਰ ਤੇ ਕਿਹੜੀ ਹੈ? ਸਭ ਤੋਂ ਵੱਡੀ ਆਪਾਂ ਨੂੰ ਫੇਸ ਕਰਨੀ ਪੈਂਦੀ ਹੈਗੀ ਹੈ, ਨੰਬਰ 1 ਆਉਂਦੀ ਡਰਾਈਵਰਾਂ ਦੀ ਆਉਂਦੀ ਹੈ। ਤੇ ਹੁਣ ਜਿਹੜਾ ਮੈਲਟ ਪ੍ਰੋਗਰਾਮ ਚੱਲ ਪਿਆ ਵਧੀਆ ਹੈ, ਉਹ ਮਿਨੀ ਟਰੱਕਿੰਗ ਇੰਡਸਟਰੀ ਲਈ ਵਧੀਆ, ਪਰ ਉਹਦੇ ਵਿੱਚ ਪ੍ਰੋਬਲਮ ਇਹ ਆ ਵੀ ਇੱਕ ਡਰਾਈਵਰ ਨੂੰ ਟ੍ਰੇਨਡ ਕਰਦੇ ਹੋਏ ਟਾਈਮ ਬਹੁਤ ਲੱਗ ਜਾਂਦਾ ਹੈ। ਤੇ ਜਦ ਕਿ ਟਰੱਕ ਦੀ ਇੰਸਟਾਲਮੈਂਟ ਉਦੋਂ ਹੀ ਸ਼ੁਰੂ ਹੋ ਜਾਂਦੀ ਹੈ ਜਦੋਂ ਤੁਸੀਂ ਟਰੱਕ ਰੋਡ ਤੇ ਲਿਆਉਣੇ ਆ। ਨੰਬਰ 1 ਤਾਂ ਉਹ ਹੋ ਜਾਂਦੀ ਹੈ। ਤੇ ਬਾਕੀ ਇੱਕ ਫਿਊਲ ਦੀ ਜਿਵੇਂ ਹੁਣ ਕਾਸਟ ਇੱਕੋ ਦਮ ਵੱਧ ਗਈ, ਅਸੀਂ ਕਸਟਮਰ ਤੋਂ ਨਹੀਂ ਮੰਗ ਸਕਦੇ ਵੀ ਸਾਨੂੰ ਹਨਾ ਵੀ ਇੱਕੋ ਦਮ ਰੇਟ ਵੱਧ ਗਿਆ ਤੇ ਉਹਦੇ ਤੇ ਕਰੋ। ਤੇ ਇਸ ਕਰਕੇ ਉਦੋਂ ਫਿਰ ਜਿੰਨੇ ਨੂੰ ਅਗਲਾ ਕਹਿੰਦਾ ਵੀ 1 ਵੀਕ ਦੇ ਦਿਓ 2 ਵੀਕ ਦੇ ਦਿਓ, ਪਰ ਸਾਨੂੰ ਤਾਂ ਕਿਉਂਕਿ ਫਿਊਲ ਹਰੇਕ ਗੇੜੇ ਪਾਉਣਾ ਪੈਂਦਾ, ਉਹਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਫੇਸ ਕਰਨੀ ਪੈਂਦੀ। ਫਾਈਨੈਂਸ਼ੀਅਲ ਅਸੀਂ ਵੀਕ ਹੋ ਜਾਂਦੇ ਆ। ਉਹ ਸਾਡੇ ਤੇ ਨਹੀਂ ਪੈਂਦਾ, ਉਹ ਅੱਗੇ ਡਰਾਈਵਰਾਂ ਤੇ ਵੀ ਪੈਂਦਾ ਹੈ, ਹੋਰ ਕਈ ਚੀਜ਼ਾਂ ਤੇ ਇੱਕ ਸਾਰੀ ਚੀਜ਼ ਲਿੰਕ ਹੋਈਆਂ ਇਹ ਇੱਕ ਦੂਜੇ ਚੀਜ਼ਾਂ ਨਾ, ਹੋਰ ਕੀਮਤਾਂ ਦੇ ਰੇਟ ਤੇ ਵੀ ਪੈਂਦਾ ਆ। ਪਰ ਇਹਦੇ ਨਾਲ ਇਹ ਦੱਸੋ ਕਿ ਜਿਹੜੀ ਤੁਸੀਂ ਕਿਹਾ ਡਰਾਈਵਰਾਂ ਦੀ ਵੀ ਘਾਟ ਆ ਰਹੀ ਆ ਤੁਹਾਨੂੰ, ਉਹਦੇ ਸੰਬੰਧੀ ਕੀ ਆ ਕਿਉਂਕਿ ਲਾਇਸੈਂਸ ਦੀ ਪ੍ਰਕਿਰਿਆ ਵੀ ਹੁਣ ਲੰਬੀ ਹੋ ਗਈ ਆ, ਜਾਂ ਬਾਹਰੋਂ ਜਿਹੜੇ ਆਉਂਦੇ ਆ ਉਹਨਾਂ ਦਾ ਪੇਪਰ ਵਰਕ ਨਹੀਂ ਠੀਕ ਤਰੀਕੇ ਨਾਲ ਹੋ ਰਿਹਾ, ਇਮੀਗ੍ਰੇਸ਼ਨ ਬੈਕਲੌਗ ਚੱਲ ਰਿਹਾ, ਕਿ ਕਿਸ ਤਰੀਕੇ ਦੀ ਸਮੱਸਿਆ ਹੈ? ਦੇਖੋ ਸਭ ਤੋਂ ਮੇਨ ਤਾਂ ਪ੍ਰੋਬਲਮ ਇਹ ਆਉਂਦੀ ਹੈ, ਜਿਵੇਂ ਹੁਣ ਆਪਾਂ ਨੂੰ ਲਾਇਸੈਂਸ, ਜਿਵੇਂ ਇੱਕ ਕੈਨੇਡੀਅਨ ਲਾਇਸੈਂਸ ਹੋਵੇ, ਉਹ ਬੰਦੇ ਨੂੰ ਲਿਆਉਣੇ ਆ ਤੇ ਅਸੀਂ BC 'ਚ ਕਨਵਰਟ ਕਰਾਉਣਾ ਮੰਗਦੇ ਆ, ਉਹਦਾ ਉਹ ਸਟ੍ਰੇਟਵੇ ਕਨਵਰਟ ਨਹੀਂ ਹੁੰਦਾ। ਕਿਉਂਕਿ ਜੇ ਦੇਖਿਆ ਜਾਵੇ ਤਾਂ ਲਾਇਸੈਂਸ ਤਾਂ ਕੈਨੇਡੀਅਨ ਹੈ, ਉਹ ਟੋਰਾਂਟੋ ਦਾ ਹੋਵੇ, ਵਿਨੀਪੈਗ ਦਾ ਹੋਵੇ, ਅਲਬਰਟਾ ਦਾ ਹੋਵੇ, ਉਹ ਲਾਇਸੈਂਸ ਸ਼ੁੱਡ ਵੀ ਇੱਕ ਹੋਣਾ ਚਾਹੀਦਾ। ਕੈਨੇਡਾ ਦਾ ਇੱਧਰ ਉੱਧਰ ਟਰਾਂਸਫਰ ਹੋਣੇ ਚਾਹੀਦੇ ਆ। ਜਦੋਂ ਹੁਣ ਮੋਸਟਲੀ ਪ੍ਰੋਬਲਮ ਆਉਂਦੀ, ਸਾਡੇ ਕੋਲ ਕੋਈ ਡਰਾਈਵਰ ਆਉਂਦਾ ਜਾਂ ਜਿਹਦੇ ਕੋਲ ਲਾਇਸੈਂਸ ਟੋਰਾਂਟੋ ਤੋਂ ਲਿਆ ਹੋਇਆ ਜਾਂ ਵਿਨੀਪੈਗ ਤੋਂ ਲਿਆ ਹੋਇਆ, ਅਸੀਂ ਇੱਥੇ BC ਵਾਲੇ ICBC ਕੋਲੇ ਲੈ ਕੇ ਜਾਂਦੇ ਆ। ਉਹ ਚੈੱਕ ਕਰਦੇ ਆ ਵੀ ਮੋਸਟ ਪ੍ਰੋਬਬਲੀ 90% ਉਹ ਦਿੰਦੇ ਨਹੀਂ। ਉਹ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਅਗੇਨ ਪ੍ਰੋਗਰਾਮ ਕਰੋ ਜਾਂ ਰੀਟੈਸਟ ਕਰੋ। ਫਿਰ ਸਾਨੂੰ ਉਸ ਚੀਜ਼ ਦਾ ਹੁੰਦਾ ਬਈ ਬੰਦੇ ਨੇ ਆਲਰੇਡੀ ਜਦੋਂ ਕੈਨੇਡੀਅਨ ਤਰੀਕੇ ਨਾਲ ਲਾਇਸੈਂਸ ਲਿਆ, ਉਹਨੇ ਕਿਹੜਾ ਘਰੇ ਛਾਪਿਆ, ਉਹਨੇ ਕੋਈ ਸੰਸਥਾ ਜਾਂ ਕੋਈ ਸਕੂਲ ਜੁਆਇਨ ਕਰਕੇ ਤਾਂ ਹੀ ਲਾਇਸੈਂਸ ਮਿਲਦਾ। ਤੇ ਆਪਾਂ ਕੈਨੇਡਾ ਦੇ ਵਿੱਚ ਆਪਾਂ ਨੂੰ ਸਾਰੇ ਪ੍ਰੋਵਿੰਸ ਦੇ ਵਿੱਚ ਇੱਕ ਹੋਣਾ ਚਾਹੀਦਾ। ਜੇ ਇੱਕ ਪ੍ਰੋਵਿੰਸ ਤੋਂ ਦੂਜੀ ਪ੍ਰੋਵਿੰਸ 'ਚ ਲਾਇਸੈਂਸ ਜਾਂਦਾ, ਉਹ ਕਨਵਰਟ ਹੋਣਾ ਚਾਹੀਦਾ। ਉਹਦੇ ਨਾਲ ਸਾਨੂੰ ਪ੍ਰੋਬਲਮ ਨਹੀਂ ਆਊਗੀ, ਕਿਉਂਕਿ ਅਸੀਂ ਡਰਾਈਵਰ ਜਿਹੜੇ ਬਾਹਰੋਂ ਰਿਕਰੂਟ ਕਰ ਸਕਦੇ ਹਾਂ। ਹੁਣ BC ਦੇ ਲਾਇਸੈਂਸ ਵਾਲਾ ਤਾਂ ਜਿੱਥੇ ਮਰਜ਼ੀ ਜੌਬ ਲੈ ਸਕਦਾ। ਜੇ ਅਸੀਂ ਟੋਰਾਂਟੋ ਵਾਲੇ ਲਾਇਸੈਂਸ ਨੂੰ ਦਿੰਦੇ ਆ ਤੇ ਉਸ ਕੁਐਸਚਨ ਸਾਨੂੰ ਬਹੁਤ ਫੇਸ ਕਰਨੇ ਪੈਂਦੇ। ਉਹਦੇ ਨਾਲ ਸਾਨੂੰ ਨਾ ਫਿਰ ਉਹੀ ਪ੍ਰੋਬਲਮ ਆ ਜਾਂਦੀ ਹੈ। ਓਨਟਾਰੀਓ ਤੋਂ ਕੋਈ ਡਰਾਈਵਰ ਜਾਂ ਹੋਰ ਕਿਸੇ ਪ੍ਰੋਵਿੰਸ ਤੋਂ ਇੱਥੇ ਉਸ ਲਾਇਸੈਂਸ ਤਾਂ ਆ ਕੇ ਚਲਾ ਸਕਦਾ ਜਾਂ ਉਹ ਗੇੜਾ ਲਾ ਸਕਦਾ ਆ, ਪਰ ਜੋ ਇੱਥੇ ਆ ਕੇ ਜੌਬ ਲੈਣੀ ਆ ਇੱਥੇ ਦੀ ਕੰਪਨੀ 'ਚ, ਫਿਰ ਉਹਨੂੰ BC ਦਾ ਲਾਇਸੈਂਸ। ਹਾਂਜੀ, ਉਹ ਦੇਖੋ ਉਰੇ ਜਦੋਂ ਇਮੀਗ੍ਰੇਸ਼ਨ, ਕਿਉਂਕਿ ਆਪਣੇ ਕੋਲੇ ਜਿਹੜੇ ਵੀ ਭਾਈ ਬੰਦ ਆਏ ਆ, ਡਰਾਈਵਰ ਸਾਡੇ ਆ, ਅਸੀਂ ਚਾਹੁੰਦੇ ਆ ਵੀ ਉਹ ਆਏ ਆ ਉਰੇ ਤਾਂ ਉਹਨਾਂ ਦੀ ਜ਼ਿੰਦਗੀ ਵੀ ਬਣੇ, ਉਹ PR ਵੀ ਬਣੇ। ਉਹ PR ਤਾਂ ਹੀ ਅਪਲਾਈ ਕਰ ਸਕਦੇ BC ਦੇ ਅੰਡਰ ਜੇ ਉਹਨਾਂ ਕੋਲ BC ਦਾ ਲਾਇਸੈਂਸ ਹੋਊਗਾ, ਤੇ ਉਹਨਾਂ ਨੂੰ BC ਜਿਹੜੀ ਨੋਮੀਨੇਸ਼ਨ ਉਹ ਤਾਂ ਹੀ ਪਊਗੀ। ਇਸ ਕਰਕੇ ਉਹ ਵੱਡੀ ਪ੍ਰੋਬਲਮ ਆਉਂਦੀ ਹੈ ਜਦੋਂ ਆਪਾਂ ਬਾਹਰਲੇ ਲਾਇਸੈਂਸ ਵਾਲੇ ਨੂੰ ਉਰੇ ਦਿੰਦੇ ਆ ਜੌਬ, ਉਹ ਆ ਕੇ ਕੰਮ ਕਰ ਸਕਦਾ 3 ਮਹੀਨੇ ਲਈ, ਪਰ ਜੇ ਉਹ BC ਦੀ ਕੰਪਨੀ ਲਈ ਕੰਮ ਕਰਦਾ ਤਾਂ ਉਹਨੂੰ ਮਸਟ ਹੈਵ BC ਦਾ ਲਾਇਸੈਂਸ ਚਾਹੀਦਾ। ਇਹ ਬਹੁਤ ਵੱਡੀ ਪ੍ਰੋਬਲਮ ਆਉਂਦੀ ਸਾਨੂੰ। ਅਸੀਂ ਚਾਹੁੰਦੇ ਆ ਵੀ ਲਾਇਸੈਂਸ ਜਦੋਂ ਵੀ ਹੋਰ ਕੰਟਰੀਆਂ 'ਚ ਜਾਂਦੇ ਆ, ਕਿਤੇ ਵੀ ਜਾਂਦੇ ਆ, ਆਪਾਂ ਲਾਇਸੈਂਸ ਕਨਵਰਟ ਹੋ ਜਾਂਦੇ ਹੁੰਦੇ ਆ ਇੱਕ ਸਟੇਟ ਤੋਂ ਦੂਜੀ ਸਟੇਟ 'ਚ। ਇਹ ਨਹੀਂ ਹੋਣਾ ਚਾਹੀਦਾ ਵੀ ਤੁਹਾਡੇ ਕੋਲ ਅੰਟਾਰੀਓ ਦਾ ਲਾਇਸੈਂਸ ਤੇ BC, ਤੇ ਇਹਦਾ ਮਤਲਬ ਕੀ ਉਹ BC ਵਾਲੇ ਆਪਣੇ ਅੰਟਾਰੀਓ ਦੇ ਲਾਇਸੈਂਸ ਨੂੰ ਮੰਨਦੇ ਨਹੀਂ, ਪਰ ਉਹ ਲਾਇਸੈਂਸ ਤਾਂ ਲਾਇਸੈਂਸ ਹੈ, ਕੈਨੇਡੀਅਨ ਲਾਇਸੈਂਸ ਹੈ, ਉਹ ਕਿਹੜਾ ਘਰੇ ਛਾਪਿਆ ਉਹਨੇ। ਸੋ ਇੱਕ ਜਿਹੜਾ ਹੋਰ ਗੱਲ ਚੱਲ ਰਹੀ ਹੈ, ਕਹਿੰਦੇ ਵੀ ਕੰਮ ਘਟਿਆ ਹੋਇਆ ਇਸ ਇੰਡਸਟਰੀ ਵਿੱਚ, ਸਲੋ ਚੱਲ ਰਿਹਾ, ਉਹ 'ਚ ਕਿੰਨਾ ਕੁ ਸੱਚ ਹੈ ਤੇ ਕਿੰਨੀ ਕੁ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ? ਦੇਖੋ ਕੰਮ ਘਟਦਾ ਵੱਧਦਾ ਰਹਿੰਦਾ, ਪਰ ਇੱਕ ਜਿਹੜੀ ਸੱਚਾਈ ਇਹ ਹੈਗੀ ਹੈ, ਜਦੋਂ ਫਿਊਲ ਪ੍ਰਾਈਸ ਵੱਧਦੇ ਆ ਤੇ ਉਸ ਕਰਕੇ ਫਿਰ ਕੰਮ ਥੋੜਾ ਜਿਹਾ ਫਰਕ ਪੈਂਦਾ। ਕਸਟਮਰ ਜਿਹੜੇ ਹੈਗੇ ਆ, ਜਿਹੜੇ ਸਾਡੇ ਕਸਟਮਰ ਹੈ, ਉਹ ਉਹਨਾਂ ਨੂੰ ਹਾਰਡ ਹੋ ਜਾਂਦਾ ਵੀ ਉਹਨਾਂ ਨੂੰ, ਕਿਉਂਕਿ US ਦੇ ਡਾਲਰ ਨਾਲ ਚੱਲਦੀ ਹੈ ਸਾਰੀ ਇਕਨੋਮੀ ਆਪਣੀ, ਕੈਨੇਡੀਅਨ ਤੇ US, ਤੇ ਉਹ ਮੇਨ ਪ੍ਰੋਬਲਮ ਜਦੋਂ ਉਹਦੇ ਵਿੱਚ 20 ਤੋਂ 30% ਦੀ ਪ੍ਰੋਬਲਮ ਸਾਨੂੰ ਆ ਜਾਂਦੀ ਹੁੰਦੀ ਹੈ ਜੀ। ਹਾਂਜੀ। ਤੇ ਜੇ ਮੁੱਖ ਤੌਰ ਤੇ ਡਰਾਈਵਰਾਂ ਦੀ ਗੱਲ ਕਰੀਏ ਤਾਂ ਡਰਾਈਵਰਾਂ ਨੂੰ ਕਿਵੇਂ, ਜਿਵੇਂ ਅਸੀਂ ਪਹਿਲਾਂ ਗੱਲ ਕਰਕੇ ਹਟੇ ਗੁਰਮੀਤ ਹੋਣਾ ਨੂੰ, ਉਹ ਵੀ ਕਹਿੰਦੇ ਕਿ ਐਜ਼ ਅ ਫੀਮੇਲ ਡਰਾਈਵਰ ਤੁਹਾਨੂੰ ਬਹੁਤ ਪ੍ਰੋਬਲਮ ਆਉਂਦੀਆਂ। ਨਾਰਮਲੀ ਹਰੇਕ ਡਰਾਈਵਰ ਨੂੰ ਕਿਸ ਤਰੀਕੇ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਰੋਡ ਦੇ ਉੱਤੇ? ਦੇਖੋ ਡਰਾਈਵਰਾਂ ਨੂੰ ਸਮੱਸਿਆ ਤਾਂ ਬਹੁਤ ਆਉਂਦੀ ਹੈ, ਸਪੈਸ਼ਲੀ ਕੈਨੇਡੀਅਨ ਵੇ ਦੀ ਡਰਾਈਵਿੰਗ ਤੇ US ਵੇ ਦੀ। ਸਾਡੇ ਕੋਲ ਜਿਵੇਂ ਕੰਪਨੀ ਦੇ ਵਿੱਚ ਅਸੀਂ ਦੋਨੋਂ ਪਾਸੇ ਕੰਮ ਕਰਦੇ ਹਾਂ, US ਨੂੰ ਵੀ ਚੱਲਦੇ ਆ ਤੇ ਸਾਡੇ ਟਰੱਕ ਕੈਨੇਡਾ ਵਾਈਜ਼ ਵੀ ਚੱਲਦੇ ਆ। ਜਿਹੜੇ ਕੈਨੇਡਾ ਵਾਈਜ਼ ਟਰੱਕ ਚੱਲਦੇ ਆ ਉਹਨਾਂ ਨੂੰ, ਜਿਵੇਂ ਹੁਣ ਫੋਰ ਐਗਜ਼ਾਮਪਲ BC ਤੋਂ ਆਪਾਂ ਕੈਲਗਰੀ ਤੋਂ ਅਲਬਰਟਾ ਤੋਂ ਆਪਾਂ BC ਨੂੰ ਆਉਂਦੇ ਆ, ਰਾਹ ਦੇ ਵਿੱਚ ਕੋਈ ਇੱਕ ਪ੍ਰੋਪਰ ਵਧੀਆ ਤਰੀਕੇ ਦਾ ਵਾਸ਼ਰੂਮ ਬਣਿਆ ਮਿਲਿਆ ਆਪਾਂ ਨੂੰ, ਜਿਹੜਾ ਉਹ ਕੈਮਲੂਪ ਦੇ ਕੋਲੇ ਮਿਲਦਾ ਜੀ ਉਹ ਤਾਂ। ਤੇ ਬਾਕੀ ਰੈਸਟ ਆਫ
ਇੱਥੇ ਵਾਸ਼ਰੂਮ ਦੀ ਪ੍ਰੋਬਲਮ ਹੈ, ਉਹ ਸਾਰੇ ਡੈਨੇਜ ਰੱਖੇ ਹੋਏ ਆ। ਅੱਜ ਤੋਂ 20-30 ਸਾਲ, ਮੈਂ ਕਹਿੰਦਾ 50 ਸਾਲ ਪੁਰਾਣੇ ਵਾਲੇ ਡੱਬੇ ਰੱਖੇ ਆ। ਉਹਨਾਂ ਦੇ ਵਿੱਚ ਜੇ ਮੈਂ ਆਪਣੇ ਆਪ ਨੂੰ ਅਸੀਂ ਸਾਡੇ ਟਰੱਕ ਚੱਲਦੇ, ਅਸੀਂ ਵੀ ਚਾਹੁੰਦੇ ਆ ਡਰਾਈਵਰਾਂ ਨੂੰ, ਅਸੀਂ ਇਹੀ ਕਿਹਾ ਹੋਇਆ ਵੀ ਉਹ ਤੁਸੀਂ ਪਹਿਲਾਂ ਹੀ ਰੀਫਰੈਸ਼ ਹੋ ਕੇ ਪਿੱਛੋਂ ਤੁਰਿਆ ਕਰੋ ਤਾਂ ਜੋ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ। ਤੇ ਉਹ ਜਿਹੜੀ ਬਾਥਰੂਮਾਂ ਦੀ ਪ੍ਰੋਬਲਮ ਤੁਹਾਨੂੰ ਪਤਾ ਉਹ ਮੇਨ ਹੈ, ਉਹ ਕਦੇ ਵੀ ਆ ਸਕਦੀ ਹੈ। ਇਸ ਕਰਕੇ ਉਹ ਇਹਨਾਂ ਨੂੰ ਐਟਲੀਸਟ 5 ਬਾਥਰੂਮ ਅਲਬਰਟਾ ਤੋਂ ਵੈਨਕੂਵਰ ਦੇ ਰਾਹ ਦੇ ਵਿੱਚ ਐਟਲੀਸਟ 5 ਵਧੀਆ ਵਾਸ਼ਰੂਮ ਬਣਨੇ ਚਾਹੀਦੇ ਆ, ਤਾਂ ਜੋ ਹਰੇਕ ਕੋਈ ਡਰਾਈਵਰ ਨੂੰ, ਸਪੈਸ਼ਲੀ ਹੁਣ ਸਾਡੇ ਕੋਲ ਫੀਮੇਲ ਡਰਾਈਵਰ ਹੈ, ਅਸੀਂ ਉਹਦਾ ਐਪਰੀਸ਼ੀਏਟ ਕਰਦੇ ਹਾਂ ਉਹਨੂੰ ਬਹੁਤ, ਗੁਰਮੀਤ ਨੂੰ ਅਸੀਂ ਬਹੁਤ ਐਪਰੀਸ਼ੀਏਟ ਕਰਦੇ ਹਾਂ ਕਿ ਉਹ ਕੰਮ ਕਰਦੀ ਹੈ, ਉਹਦੇ ਨਾਲ ਸਾਡੀ ਪੰਜਾਬੀ ਕੁੜੀਆਂ ਨੂੰ ਵੀ ਮੌਕਾ ਮਿਲਦਾ। ਪਰ ਜਿਹੜੀ ਉਹ ਸਾਡੇ ਲਈ ਰਨ ਕਰਦੀ ਹੈ, ਉਹ US ਨੂੰ ਵੀ ਚੱਲਦੀ ਹੈ ਤੇ ਕੈਨੇਡਾ ਵੀ ਚੱਲਦੀ ਹੈ। ਪਰ ਉਹ ਜਦੋਂ ਸਾਡੇ ਕਈ ਵਾਰ ਲੋਡ ਸਟਕ ਹੋ ਜਾਂਦੇ ਆ ਤਾਂ ਉਹ ਸਾਡੇ ਲਈ ਹੈਲਪ ਕਰਦੀ ਹੈ। ਉਹ ਜਦੋਂ ਕੈਨੇਡਾ ਤੋਂ ਇੱਧਰ ਨੂੰ ਚਲਾਉਂਦੀ ਹੈ, ਇੱਧਰੋਂ ਕੈਨੇਡਾ ਨੂੰ ਜਾਣਾ, ਪਰ ਐਜ਼ ਏ ਫੀਮੇਲ ਕੈਨੇਡੀਅਨ ਵੇ ਦੀ ਲਾਈਫ ਹੈ ਜਿਹੜੀ ਟਰੱਕਰਸ ਦੀ, ਉਹ ਬਹੁਤ ਜ਼ਿਆਦਾ ਹਾਰਡ ਹੈ। US ਦੀ ਇੱਥੋਂ ਤੁਸੀਂ US ਇੱਥੋਂ ਆਪਣੇ ਨਾਲ ਹੀ ਬਾਰਡਰ ਹੈ ਸਾਡੇ ਤੋਂ, ਇੱਥੋਂ ਕ੍ਰਾਸ ਕਰਦੇ ਸਾਰ ਹੀ ਆਪਣੇ ਦੇਖਣ ਵਾਲਾ ਰੋਡ ਦਾ ਸਿਸਟਮ ਹੋ ਜਾਂਦਾ ਹੈ, ਰੈਸਟ ਏਰੀਆ ਆ ਜਾਂਦੇ ਆ, ਖਾਣ ਪੀਣ ਦਾ ਸਾਰਾ ਤਰ੍ਹਾਂ ਦਾ ਕੋਈ ਵੀ ਫੈਸਿਲਿਟੀ ਆ ਉਹ ਅਵੇਲੇਬਲ ਡਰਾਈਵਰ ਨੂੰ ਮਿਲ ਜਾਂਦੀ ਹੈ। ਜਦ ਕਿ ਆ ਕੈਨੇਡੀਅਨ ਵੇ ਦੀ ਟਰੱਕਿੰਗ ਦੇ ਵਿੱਚ ਆਪਾਂ ਨੂੰ ਹੈਗੀ ਹੈ ਪ੍ਰੋਬਲਮ, ਬਹੁਤ ਵੱਡੀ ਪ੍ਰੋਬਲਮ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਇਹ ਸਾਰੀਆਂ ਗੱਲਾਂ ਸਾਂਝੀਆਂ ਕਰਨ ਲਈ। ਨਹੀਂ, ਥੈਂਕ ਯੂ, ਤੁਸੀਂ ਸਾਨੂੰ ਟਾਈਮ ਦਿੱਤਾ। ਅਸੀਂ ਤਾਂ ਇਹੀ ਸਾਰੇ ਡਰਾਈਵਰਾਂ ਨੂੰ ਚਾਹੁੰਦੇ ਹਾਂ ਵੀ ਜਿਹੜੇ ਵੀ ਸਾਡੀ ਕੰਪਨੀ ਲਈ ਕੰਮ ਕਰਦੇ ਆ ਉਹ ਆਪਣਾ ਵੱਧ ਤੋਂ ਵੱਧ ਟਾਈਮ ਲਾਉਣ, ਕੰਮ ਕਰਨ ਤੇ ਉਹ ਆਪਣੀਆਂ ਪੀਆਰਾਂ ਪਾਉਣ। ਉਹਨਾਂ ਲਈ PR ਦਾ ਸਿੰਪਲ ਸਿਸਟਮ ਹੋਣਾ ਚਾਹੀਦਾ। ਜੇ ਉਹਨਾਂ ਨੇ 1 ਸਾਲ ਕੰਮ ਕਰ ਲਿਆ ਤੇ ਉਹਨਾਂ ਨੂੰ ਅਲਾਉਡ ਹੋਣਾ ਚਾਹੀਦਾ PR, ਤਾਂ ਜੋ ਆਪਾਂ ਨੂੰ ਜਿਹੜੀ ਸ਼ਾਰਟੇਜ ਆ ਰਹੀ ਡਰਾਈਵਰ ਦੀ, ਅਸੀਂ ਬਾਹਰੋਂ ਲਿਆਉਂਦੇ, ਸਾਨੂੰ ਕੀ ਲੋੜ ਪਈ ਹੈ, ਜਦੋਂ ਇੱਥੇ ਡਰਾਈਵਰ ਹੋ ਜੂਗੇ ਉਹਦੇ ਨਾਲ ਸਾਡੀ ਕਮਿਊਨਿਟੀ ਵਧੂਗੀ। ਜਿੰਨੇ ਟਰੱਕ ਇੰਡਸਟਰੀ 'ਚ ਜਿੰਨੇ ਵਧੀਆ ਡਰਾਈਵਰ ਹੋਊਗੇ, ਉਹ ਜੇ PR ਮਿਲੂਗੀ ਉਹਨਾਂ ਨੂੰ, ਉਹ ਵਧੀਆ ਕੰਮ ਕਰੂਗੇ, ਉਹਨਾਂ ਨੂੰ ਇੱਧਰ ਉੱਧਰ ਧੱਕੇ ਨਹੀਂ ਖਾਣੇ ਪਊਗੇ। ਅਸੀਂ ਚਾਹੁੰਦੇ ਹਾਂ ਵੀ ਇਹੀ ਸਰਕਾਰ ਨੂੰ ਕਹਿੰਦੇ ਆ, ਜਿਹੜੇ ਵੀ ਡਰਾਈਵਰ ਹੈਗੇ ਟਰੱਕ ਚਲਾਉਂਦੇ ਆ, 1 ਸਾਲ ਦੇ ਉਹਨਾਂ ਨੇ ਐਕਸਪੀਰੀਅੰਸ ਦਿਖਾਤਾ, ਪ੍ਰੋਪਰ ਫੁੱਲ ਟਾਈਮ ਦਾ ਇੱਕ ਕੰਪਨੀ 'ਚ ਦਿਖਾਣ 1 ਸਾਲ ਦਾ, ਤੇ ਤੁਸੀਂ PR ਪਾਓ ਤੇ ਆਪਣੀ ਜ਼ਿੰਦਗੀ ਸੈਟਲ ਕਰਨ। ਜੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੀਰੇ। ਨੋ